ਹੈਲੋ एवरीवन ਵੈਲਕਮ ਟੂ ਕੈਰੀਅਰ ਕੁਐਸਟ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ ਸੋ ਜਿਵੇਂ ਤੁਹਾਨੂੰ ਕਿਹਾ ਸੀ ਕਿ ਆਪਾਂ ਮਾਡਰਨ ਆਪਣੇ ਪੰਜਾਬ ਹਿਸਟਰੀ ਐਂਡ ਕਲਚਰ ਦੀ ਥਿਉਰੀ ਕੰਪਲੀਟ ਕਰਨ ਤੋਂ ਬਾਅਦ ਆਪਾਂ ਆਪਣੇ ਐਮਸੀਕਿਊਜ਼ ਨੂੰ ਵੀ ਟੌਪਿਕ ਵਾਈਜ਼ ਟੌਪਿਕ ਕਵਰ ਕਰਦੇ ਚੱਲਾਂਗੇ ਸੋ ਪਹਿਲੇ ਦੋ ਲੈਕਚਰ ਆਪਣੇ ਆਲਮੋਸਟ ਸਟੈਟਿਕ ਕੁਐਸਚਨ ਤੇ ਹੀ ਰਹੇ ਨੇ ਅੱਜ ਦਾ ਵੀ ਲੈਕਚਰ 20 ਕੁਐਸਚਨਸ ਰਹਿਣਗੇ ਆਫਟਰ ਦੈਟ ਆਪਾਂ ਗੁਰੂਸ ਐਂਡ ਆਪਣੇ ਜੋ ਸੌਰੀ ਗੁਰੂਸ ਬਾਰੇ ਇੱਕ ਸੀਰੀਜ਼ ਨੂੰ ਲੈ ਕੇ ਆਵਾਂਗੇ ਇੱਕ ਲੈਕਚਰ ਦੇ ਵਿੱਚ ਉਹਨਾਂ ਦੇ ਰਿਗਾਰਡਿੰਗ ਜਿੰਨੇ ਕੁਐਸਚਨਸ ਬਣ ਸਕਣਗੇ ਉਹਨਾਂ ਨੂੰ ਡਿਸਕਸ ਕਰਾਂਗੇ ਤੇ ਇਸੇ ਤਰੀਕੇ ਦੇ ਨਾਲ ਡਿਫਰੈਂਟ ਮੂਵਮੈਂਟਸ ਹੋਈਆਂ ਸੀ ਮਹਾਰਾਜਾ ਰਣਜੀਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਹਰ ਇੱਕ ਟੌਪਿਕ ਵਾਈਜ਼ ਸਾਰੇ ਐਮਸੀਕਿਊਜ਼ ਨੂੰ ਕਵਰ ਕਰਾਂਗੇ ਬਟ ਤੁਹਾਨੂੰ ਲੈਕਚਰ ਕਿਵੇਂ ਦਾ ਲੱਗਦਾ ਹੈ ਤੁਸੀਂ ਆਪਣੇ ਰਿਵਿਊ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੇ ਨੇ ਐਸ ਵੈਲ ਐਸ ਜਿੰਨਾ ਤੁਸੀਂ ਆਪਣੀ ਸਪੋਰਟ ਦਿਓਗੇ ਆਪਣੇ ਜੋ ਕਲਾਸ ਹੈ ਉਹਨੂੰ ਲਾਈਕ ਕਰੋਗੇ ਸ਼ੇਅਰ ਕਰੋਗੇ ਉਸ ਦੇ ਤਰੀਕੇ ਦੇ ਨਾਲ ਤੁਹਾਨੂੰ ਕੰਟੈਂਟ ਵੱਧ ਤੋਂ ਵੱਧ ਅੱਛੇ ਤਰੀਕੇ ਨਾਲ ਪ੍ਰੋਵਾਈਡ ਕਰਵਾਇਆ ਜਾਏਗਾ ਸੋ ਅੱਜ ਦਾ ਆਪਣਾ ਫਰਸਟ ਕੁਐਸਚਨ ਹੈ ਕਹਿੰਦੇ ਵਿਚ ਡਿਸਟ੍ਰਿਕਟ ਆਫ ਪੰਜਾਬ ਮੈਨੂਫੈਕਚਰਸ ਦਾ ਮੈਕਸਿਮਮ ਨੰਬਰ ਆਫ ਸਪੋਰਟਸ ਗੁੱਡ ਪਹਿਲਾ ਕੁਐਸਚਨ ਪੁੱਛਿਆ ਗਿਆ ਹੈ ਕਿ ਪੰਜਾਬ ਦੀ ਕਿਹੜੀ ਸਿਟੀ ਹੈ ਜਿੱਥੇ ਸਭ ਤੋਂ ਜ਼ਿਆਦਾ ਖੇਡਾਂ ਦਾ ਸਮਾਨ ਬਣਾਇਆ ਜਾਂਦਾ ਹੈ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਗਿਆ ਇਹ ਕੁਐਸਚਨ ਕੋਈ ਸਿਟੀ ਕਿਸੇ ਚੀਜ਼ ਲਈ ਜਾਣੀ ਜਾਂਦੀ ਹੈ ਤੇ ਕੋਈ ਸਿਟੀ ਕਿਸੇ ਚੀਜ਼ ਲਈ ਜਾਣੀ ਜਾਂਦੀ ਹੈ ਮੈਂ ਟੌਪਿਕ ਵੀ ਕਰਵਾਇਆ ਸੀ ਇਹ ਤੁਹਾਨੂੰ ਪੰਜਾਬ ਹਿਸਟਰੀ ਐਂਡ ਕਲਚਰ ਦੇ ਵਿੱਚ ਸੋ ਇਸ ਕੁਐਸਚਨ ਦਾ ਤੁਸੀਂ ਈਜ਼ੀਲੀ ਆਨਸਰ ਕਰ ਸਕਦੇ ਹੋ ਕਿ ਸਪੋਰਟਸ ਦਾ ਸਮਾਨ ਸਭ ਤੋਂ ਜ਼ਿਆਦਾ ਕਿੱਥੇ ਬਣਦਾ ਹੈ ਜਲੰਧਰ ਦੇ ਵਿੱਚ ਬਣਦਾ ਹੈ ਠੀਕ ਹੈ ਜੀ ਸਭ ਤੋਂ ਜ਼ਿਆਦਾ ਕਿੱਥੇ ਬਣਦਾ ਹੈ ਜਲੰਧਰ ਦੇ ਵਿੱਚ ਬਣਦਾ ਹੈ ਤੇ ਜਲੰਧਰ ਸਾਡੀ ਲਾਰਜੈਸਟ ਐਡਮਿਨਿਸਟ੍ਰੇਸ਼ਨ ਹੈ ਠੀਕ ਹੈ ਸਭ ਨੂੰ ਪਤਾ ਹੈ ਕਿ ਪੰਜਾਬ ਨੂੰ 5 ਐਡਮਿਨਿਸਟ੍ਰੇਸ਼ਨ ਡਿਵੀਜ਼ਨ ਦੇ ਵਿੱਚ ਵੰਡਿਆ ਹੋਇਆ ਹੈ ਪੰਜਾਬ ਦੀਆਂ ਕਿੰਨੀਆਂ ਐਡਮਿਨਿਸਟ੍ਰੇਟਿਵ ਡਿਵੀਜ਼ਨਸ ਨੇ 5 ਐਡਮਿਨਿਸਟ੍ਰੇਟਿਵ ਡਿਵੀਜ਼ਨਸ ਨੇ ਪੰਜਾਬ ਦੀਆਂ ਠੀਕ ਹੈ ਤੇ ਕਿਹੜੀਆਂ ਨੇ ਸਾਡੀ ਜਲੰਧਰ ਹੋ ਗਈ ਫਰੀਦਕੋਟ ਹੋ ਗਈ ਫਿਰੋਜ਼ਪੁਰ ਹੋ ਗਈ ਰੋਪੜ ਹੋ ਗਿਆ ਤੇ ਪਟਿਆਲਾ ਹੋ ਗਿਆ ਇਹ 5 ਐਡਮਿਨਿਸਟ੍ਰੇਟਿਵ ਡਿਵੀਜ਼ਨਸ ਨੇ ਸਾਡੇ ਪੰਜਾਬ ਦੀਆਂ ਅਗਰ ਪੁੱਛਿਆ ਜਾਵੇ ਸਭ ਤੋਂ ਵੱਡੀ ਸਾਡੀ ਐਡਮਿਨਿਸਟ੍ਰੇਟਿਵ ਡਿਵੀਜ਼ਨ ਕਿਹੜੀ ਹੈ ਪੰਜਾਬ ਦੀ ਤਾਂ ਵੀ ਆਨਸਰ ਹੋਏਗਾ ਜਲੰਧਰ ਤੇ ਜਲੰਧਰ ਸਾਡੇ ਪੰਜਾਬ ਦੇ ਕਿਹੜੇ ਏਰੀਏ ਦੇ ਵਿੱਚ ਪੈਂਦਾ ਇਹ ਪੈਂਦਾ ਜੀ ਸਾਡੇ ਦੁਆਬਾ ਰੀਜਨ ਦੇ ਵਿੱਚ ਦੁਆਬਾ ਰੀਜਨ ਕਿਹੜੀਆਂ ਦੋ ਰਿਵਰਸ ਦੇ ਵਿੱਚ ਪੈਂਦਾ ਬਿਆਸ ਐਂਡ ਸਤਲੁਜ ਰਿਵਰ ਦੇ ਵਿਚਕਾਰ ਹੈ ਜੋ ਸਾਡਾ ਦੁਆਬਾ ਰੀਜਨ ਦੇਖਣ ਨੂੰ ਮਿਲਦਾ ਹੈ ਇਹ ਹੈ ਸਾਡਾ ਮਾਝਾ ਰੀਵਨ ਮਾਝਾ ਹੈ ਜੀ ਸਾਡਾ ਬਿਆਸ ਤੇ ਸਾਡਾ ਰਾਵੀ ਰਿਵਰ ਦੇ ਵਿੱਚ ਤੇ ਸਤਲੁਜ ਰਿਵਰ ਦੇ ਨੀਚੇ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਮਾਲਵਾ ਰੀਜਨ ਠੀਕ ਹੈ ਜੀ ਸੋ ਸਭ ਤੋਂ ਵੱਡੀ ਜੋ ਐਡਮਿਨਿਸਟ੍ਰੇਟਿਵ ਡਿਵੀਜ਼ਨ ਹੈ ਉਹ ਜਲੰਧਰ ਹੈ ਅਗਰ ਪੁੱਛਿਆ ਜਾਵੇ ਸਭ ਤੋਂ ਛੋਟੀ ਜਾਂ ਫਿਰ ਸਭ ਤੋਂ ਲੇਟੈਸਟ ਤਾਂ ਆਨਸਰ ਹੋਏਗਾ ਰੋਪੜ ਠੀਕ ਹੈ ਜੀ ਤਾਂ ਆਨਸਰ ਹੋਏਗਾ ਤੁਹਾਡਾ ਰੋਪੜ ਸੇ ਅਗਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਚੌਥੇ ਗੁਰੂ ਰਾਮਦਾਸ ਜੀ ਦੇ ਦੁਆਰਾ ਵਸਾਇਆ ਗਿਆ ਸੀ ਤੇ ਇਸ ਨੂੰ ਬਣਾਉਣ ਦੇ ਲਈ ਕਿਹੜੀ ਜੋ ਸਾਡੀ ਜ਼ਮੀਨ ਹੈ ਉਹ ਕਿਸ ਮੁਗਲ ਐਮਪਾਇਰ ਦੇ ਦੁਆਰਾ ਡੋਨੇਟ ਕੀਤੀ ਗਈ ਸੀ ਤਾਂ ਉਹ ਹੈ ਜੀ ਸਾਡਾ ਅਕਬਰ ਠੀਕ ਹੈ ਜੀ ਅਕਬਰ ਉਹੀ ਮੁਗਲ ਐਮਪਾਇਰ ਹੈ ਜਿਸ ਨੇ ਕਿਸ ਗੁਰੂ ਇਹ ਵੀ ਪੁੱਛਿਆ ਜਾ ਸਕਦਾ ਅਕਬਰ ਨੇ ਕਿਸ ਗੁਰੂ ਸਾਹਿਬਾਨ ਦੇ ਸਮੇਂ ਦੇ ਵਿੱਚ ਸੰਗਤ ਦੇ ਵਿੱਚ ਬੈਠ ਕੇ ਲੰਗਰ ਛਕਿਆ ਸੀ ਤਾਂ ਉਹ ਨੇ ਜੀ ਸਾਡੇ ਤੀਸਰੇ ਗੁਰੂ ਸਾਹਿਬਾਨ ਗੁਰੂ ਅਮਰਦਾਸ ਜੀ ਸੋ ਗੁਰੂ ਅਮਰਦਾਸ ਜੀ ਨੇ ਕਿਹੜਾ ਸ਼ਹਿਰ ਵਸਾਇਆ ਸੀ ਤਾਂ ਆਨਸਰ ਹੋਏਗਾ ਗੋਇੰਦਵਾਲ ਸਾਹਿਬ ਹੈ ਜੋ ਸਾਡੇ ਗੁਰੂ ਅਮਰਦਾਸ ਜੀ ਦੇ ਦੁਆਰਾ ਵਸਾਇਆ ਗਿਆ ਸੀ ਸੋ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਸਾਡਾ ਸਭ ਤੋਂ ਲਾਰਜੈਸਟ ਏਰੀਆ ਅਗਰ ਪੁੱਛਿਆ ਜਾਵੇ ਕਿ ਸਭ ਤੋਂ ਜ਼ਿਆਦਾ ਲਾਰਜੈਸਟ ਏਰੀਆ ਵਾਈਜ਼ ਸਭ ਤੋਂ ਵੱਡੀ ਜਿਹੜੀ ਡਿਸਟ੍ਰਿਕਟ ਹੈ ਪੰਜਾਬ ਦੀ ਤਾਂ ਉਹ ਹੋਏਗੀ ਲੁਧਿਆਣਾ ਸਭ ਤੋਂ ਜ਼ਿਆਦਾ ਜੋ ਪੋਲਿਊਸ਼ਨ ਹੈ ਉਹ ਵੀ ਲੁਧਿਆਣਾ ਦੇ ਵਿੱਚ ਹੈ ਸਭ ਤੋਂ ਜ਼ਿਆਦਾ ਇੰਡਸਟਰੀਜ਼ ਲੁਧਿਆਣਾ ਦੇ ਵਿੱਚ ਹੈ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਵੀ ਕਿੱਥੇ ਮਿਲਦੀ ਹੈ ਤੁਹਾਨੂੰ ਲੁਧਿਆਣਾ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਸੋ ਆਪਾਂ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਹੈ ਕਹਿੰਦੇ ਇਨ ਵਿਚ ਮੰਥ ਸ਼ੂਗਰ ਕੇਨ ਇਜ਼ ਸੋਨ ਇਨ ਪੰਜਾਬ ਕਹਿੰਦੇ ਪੰਜਾਬ ਦੇ ਵਿੱਚ ਜਿਹੜੀ ਗੰਨੇ ਦੀ ਖੇਤੀ ਹੈ ਪੰਜਾਬ ਦੇ ਵਿੱਚ ਜੋ ਗੰਨੇ ਦੀ ਖੇਤੀ ਹੈ ਉਹ ਕਿਹੜੇ ਮਹੀਨਿਆਂ ਦੇ ਵਿੱਚ ਕੀਤੀ ਜਾਂਦੀ ਹੈ ਗੰਨੇ ਦੀ ਖੇਤੀ ਬਾਰੇ ਪੁੱਛਿਆ ਗਿਆ ਹੈ ਸੋ ਸਾਡੇ ਪੰਜਾਬ ਦੇ ਵਿੱਚ ਡਿਫਰੈਂਟ ਕ੍ਰੌਪਸ ਜੋ ਫਸਲਾਂ ਨੇ ਉਹ ਉਗਾਈਆਂ ਜਾਂਦੀਆਂ ਨੇ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਪੰਜਾਬ ਦੇ ਵਿੱਚ ਜੋ ਗੰਨੇ ਦੀ ਖੇਤੀ ਹੈ ਉਹ ਮਾਰਚ ਟੂ ਅਪ੍ਰੈਲ ਕੀਤੀ ਜਾਂਦੀ ਹੈ ਅਗਰ ਦੇਖਿਆ ਜਾਵੇ ਕਿਹੜੀਆਂ ਫਸਲਾਂ ਮਤਲਬ ਸੀਜ਼ਨ ਦੇ ਅਕੋਰਡਿੰਗ ਜੋ ਫਸਲਾਂ ਨੇ ਉਹ ਡਿਵਾਈਡ ਕੀਤੀਆਂ ਗਈਆਂ ਇੱਕ ਨੇ ਜੀ ਸਾਡੇ ਪੰਜਾਬ ਦੇ ਵਿੱਚ ਰਬੀ ਕ੍ਰੌਪ ਉਗਦੀ ਹੈ ਇੱਕ ਉਗਦੀ ਹੈ ਜੀ ਖਾਰਿਫ ਕ੍ਰੌਪ ਅਗਰ ਦੇਖਿਆ ਜਾਵੇ ਰਬੀ ਕ੍ਰੌਪ ਦੀ ਗੱਲ ਕੀਤੀ ਜਾਵੇ ਤਾਂ ਰਬੀ ਕ੍ਰੌਪ ਹੈ ਜਿਹੜੀ ਵਿੰਟਰਸ ਦੇ ਵਿੱਚ ਇਸ ਨੂੰ ਵਿੰਟਰ ਕ੍ਰੌਪ ਵੀ ਕਹਿੰਦੇ ਨੇ
ਜੋ ਸਰਦੀ ਦੇ ਮਹੀਨੇ ਦੇ ਵਿੱਚ ਲਗਾਈ ਜਾਂਦੀ ਹੈ। ਖਾਰਿਫ ਕ੍ਰੌਪ ਹੈ ਜੀ ਜਿਸ ਨੂੰ ਮੌਨਸੂਨ, ਠੀਕ ਹੈ ਜੀ, ਜੋ ਮੌਨਸੂਨ ਸੀਜ਼ਨ ਦੇ ਵਿੱਚ ਲਗਾਈ ਜਾਂਦੀ ਹੈ ਉਹ ਜੀ ਸਾਡੀ ਖਾਰਿਫ ਕ੍ਰੌਪ। ਇਸ ਨੂੰ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਲਗਾਇਆ ਜਾਂਦਾ ਹੈ ਤੇ ਇਹਨੂੰ ਅਕਤੂਬਰ ਜਾਂ ਨਵੰਬਰ ਦੇ ਮਹੀਨੇ ਦੇ ਵਿੱਚ ਕੱਟ ਲਿਆ ਜਾਂਦਾ ਹੈ। ਜੋ ਰਬੀ ਕ੍ਰੌਪ ਹੈ ਇਹਨੂੰ ਅਕਤੂਬਰ ਨਵੰਬਰ ਦੇ ਵਿੱਚ ਲਗਾਇਆ ਜਾਂਦਾ ਹੈ ਤੇ ਅਪ੍ਰੈਲ ਦੇ ਵਿੱਚ ਇਸ ਫਸਲ ਨੂੰ ਕੱਟ ਲਿਆ ਜਾਂਦਾ ਹੈ। ਇਹਦੀ ਐਗਜ਼ਾਮਪਲ ਦੇਖੀ ਜਾਵੇ ਤਾਂ ਤੁਸੀਂ ਰਾਈਸ ਲਗਾ ਸਕਦੇ ਹੋ, ਪੈਡੀ, ਠੀਕ ਹੈ, ਜਿਸ ਨੂੰ ਪੈਡੀ ਝੋਨਾ ਕਹਿੰਦੇ ਨੇ, ਤੇ ਅਗਰ ਦੇਖਿਆ ਜਾਵੇ ਰਬੀ ਕ੍ਰੌਪ ਦੀ ਤਾਂ ਵੀਟ, ਠੀਕ ਹੈ, ਵੀਟ। ਇਸ ਤੋਂ ਇਲਾਵਾ ਇੱਕ ਜੇਦ ਕ੍ਰੌਪ ਵੀ ਆਉਂਦੀ ਹੈ, ਠੀਕ ਹੈ। ਜੇਦ ਕ੍ਰੌਪਸ ਹੁੰਦੀਆਂ ਨੇ ਜੋ ਸਾਡੀਆਂ ਮਾਰਚ ਤੇ ਅਪ੍ਰੈਲ ਮਹੀਨੇ ਦੇ ਵਿੱਚ ਲੱਗਦੀਆਂ ਨੇ, ਜਿਵੇਂ ਸਾਡਾ ਕਕੰਬਰ ਹੋ ਗਿਆ, ਖੀਰਾ ਹੋ ਗਿਆ, ਠੀਕ ਹੈ, ਵਾਟਰਮੈਲਨ ਹੋ ਗਿਆ, ਜੋ ਤਰਬੂਜ ਹੈ, ਠੀਕ ਹੈ, ਖਰਬੂਜੇ ਵਰਗੀਆਂ ਜੋ ਫਸਲਾਂ ਨੇ ਉਹ ਉਹਨਾਂ ਨੂੰ ਜੇਦ ਕ੍ਰੌਪ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਹੈ, ਕਹਿੰਦੇ ਵੇਅਰ ਇਜ਼ ਦਾ ਮਹਿੰਦਰਾ ਚੌਧਰੀ ਜ਼ੂਲੋਜੀਕਲ ਪਾਰਕ ਇਜ਼ ਲੋਕੇਟਡ ਇਨ ਪੰਜਾਬ। ਇੱਕ ਵਾਰ ਆਪਾਂ ਦੇਖ ਲਈਏ, ਜਸਟ ਵੇਟ। ਓਕੇ ਜੀ, क्वेश्चन की है जी साडा नेक्स्ट। नेक्स्ट क्वेश्चन पूछा गया कि महिंद्रा चौधरी जी जूलॉजिकल पार्क है वो किहड़ी जगह के उत्ते सिचुएटेड है, ठीक है, किहड़ी जगह के उत्ते तुहानू महिंद्रा चौधरी जूलॉजिकल पार्क है जो देखने नू मिलदी है। ये उही है जिथे साडा अपना 8th 9th दे विच अपना ट्रिप लैके जाया करदे सी, ठीक है, जिसनू छतबीड़ भी कहा जाता है। ये तुहानू मिलदी है जी साडे मोहाली दे विच। ऑप्शन बी इज अ राइट आंसर। ये चीज तुहानू कित्थे मिलेगी? मोहाली दे विच मिलदी है। नेक्स्ट क्वेश्चन है, कहते विच अमंग द फॉलोइंग सिटीज पॉपुलरली नोन एज अ साइंस सिटी ऑफ पंजाब। कहते केड़ी सिटी है साडे पंजाब दी जिसनू साइंस सिटी ऑफ पंजाब कहा जाता है। ते यही ਆਪਾਂ ਇੱਥੇ ਹੀ ਜਾਂਦੇ ਸੀ ਆਪਣੇ 10th ਵਗੈਰਾ ਦੇ ਵਿੱਚ, ਠੀਕ ਹੈ, ਜਦੋਂ ਆਪਣਾ ਟ੍ਰਿਪ ਲੈ ਕੇ ਜਾਂਦੇ ਸੀ। ਕਿਹੜੀ ਸਿਟੀ ਹੈ ਜਿਹਨੂੰ ਕਿਹਾ ਜਾਂਦਾ ਹੈ? ਆਨਸਰ ਹੋਏਗਾ ਆਪਸ਼ਨ ਡੀ, ਕਪੂਰਥਲਾ। ऑप्शन डी इज अ राइट आंसर। कपूरथला सिटी ਨੂੰ ਸਾਇੰਸ ਸਿਟੀ ਆਫ ਪੰਜਾਬ ਕਿਹਾ ਜਾਂਦਾ ਹੈ। ਨੈਕਸਟ ਹੈ, ਕਹਿੰਦੇ ਨੇਮ ਦਾ ਇੰਡੀਅਨ ਰੂਲਰ ਹੂ ਡੋਨੇਟਡ ਦ ਲੈਂਡ ਫॉर ਅ 골ਡਨ ਟੈਂਪਲ। ਆਲਰੇਡੀ ਮੈਂ ਦੱਸ ਚੁੱਕੀ ਹਾਂ ਕਿ ਉਹ ਕਿਹੜਾ ਮੁਗਲ ਐਮਪਾਇਰ ਸੀ ਜਿਸ ਨੇ ਦਾਨ ਕੀਤੀ ਸੀ ਜਗ੍ਹਾ ਅੰਮ੍ਰਿਤਸਰ ਦੇ ਲਈ। ਤੀਸਰੇ ਗੁਰੂ ਸਹਿਬਾਨ ਗੁਰੂ ਅਮਰਦਾਸ ਜੀ ਨੂੰ ਕੀਤੀ ਸੀ, ਉਹ ਹੈ ਜੀ ਸਾਡਾ ਆਪਸ਼ਨ ਏ, ਅਕਬਰ। ਆਪਸ਼ਨ ਏ ਇਜ਼ ਅ ਰਾਈਟ ਆਂਸਰ, ਅਕਬਰ। ਅਕਬਰ ਸਾਰੇ ਮੁਗਲ ਰੂਲਰਸ ਦੇ ਵਿੱਚੋਂ ਇੱਕ ਵਧੀਆ ਰੂਲਰ ਹੋਇਆ ਅਕਬਰ, ਜਿਸ ਨੇ ਦਾਨ ਕੀਤੀ ਸੀ ਜਗ੍ਹਾ ਕਾਦੇ ਲਈ? ਅੰਮ੍ਰਿਤਸਰ ਦੇ ਲਈ। ਤੇ ਕਿਸ ਨੂੰ ਕੀਤੀ ਸੀ? ਥਰਡ ਗੁਰੂ ਸਹਿਬਾਨ ਗੁਰੂ ਅਮਰਦਾਸ ਜੀ ਨੂੰ ਕੀਤੀ ਸੀ, ਗੁਰੂ ਅਮਰਦਾਸ ਜੀ ਨੂੰ ਕੀਤੀ ਸੀ। ਤੇ ਗੁਰੂ ਅਮਰਦਾਸ ਜੀ ਦੇ ਸਮੇਂ ਹੀ ਅਕਬਰ ਨੇ ਸੰਗਤ ਦੇ ਵਿੱਚ ਬੈਠ ਕੇ ਕੀ ਹੈ? ਲੰਗਰ ਛਕਿਆ ਸੀ। ਤੇ ਇਸ ਤੋਂ ਇਲਾਵਾ ਅਗਰ ਬਾਬਰ ਦੀ ਗੱਲ ਕੀਤੀ ਜਾਵੇ, ਬਾਬਰ ਸਾਡੇ ਇੰਡੀਆ ਦੇ ਵਿੱਚ ਕਦੋਂ ਆਇਆ ਸੀ? 526 ਦੇ ਵਿੱਚ। ਸੋ ਬਾਬਰ ਨੂੰ ਇੰਡੀਆ ਦੇ ਵਿੱਚ ਇਨਵਾਈਟ ਕਿਸਨੇ ਕੀਤਾ ਸੀ? ਦੌਲਤ ਖਾਨ ਲੋਧੀ ਨੇ। ਦੌਲਤ ਖਾਨ ਲੋਧੀ ਨੇ ਇੰਡੀਆ ਦੇ ਵਿੱਚ ਬਾਬਰ ਨੂੰ ਇਨਵਾਈਟ ਕੀਤਾ ਸੀ ਆਪਣੇ ਕਜ਼ਨ ਇਬਰਾਹਿਮ ਲੋਧੀ ਨੂੰ ਮਰਵਾਉਣ ਦੇ ਲਈ। ਦੌਲਤ ਖਾਨ ਲੋਧੀ ਨੇ ਇਬਰਾਹਿਮ ਲੋਧੀ ਨੂੰ ਮਰਵਾਉਣ ਦੇ ਲਈ ਕਿਸ ਨੂੰ ਇਨਵਾਈਟ ਕੀਤਾ ਸੀ? ਬਾਬਰ ਨੂੰ। ਕਦੋਂ? 1526 ਦੇ ਵਿੱਚ। ਜਿਸ ਕਰਕੇ ਬਾਬਰ ਐਂਡ ਇਬਰਾਹਿਮ ਲੋਧੀ ਦੇ ਵਿਚਕਾਰ ਫਸਟ ਪਾਨੀਪਤ ਬੈਟਲ ਹੋਈ ਸੀ। ਫਸਟ ਪਾਨੀਪਤ ਬੈਟਲ ਹੋਈ ਸੀ ਤੇ ਉਸ ਬੈਟਲ ਦੇ ਵਿੱਚ ਇਬਰਾਹਿਮ ਲੋਧੀ ਨੂੰ ਮਾਰ ਦਿੱਤਾ ਗਿਆ ਸੀ। ਸੋ ਬਾਬਰ ਆਇਆ ਤਾਂ ਇਬਰਾਹਿਮ ਲੋਧੀ ਨੂੰ ਖਤਮ ਕਰਨ ਸੀ, ਬਟ ਜਦੋਂ ਬਾਬਰ ਨੇ ਦੇਖਿਆ ਕਿ ਇੰਡੀਆ ਦਾ ਤਾਂ ਐਟਮੋਸਫੀਅਰ ਬਹੁਤ ਸੋਹਣਾ ਹੈ, ਦੇਖੋ ਅਗਰ ਉਹਨੂੰ ਇੰਡੀਆ ਦਾ ਐਟਮੋਸਫੀਅਰ ਸੋਹਣਾ ਲੱਗਿਆ ਤਾਂ ਉਹ ਆਪ ਕਿੱਥੋਂ ਆਇਆ ਹੋਏਗਾ, ਠੀਕ ਹੈ। ਸੋ ਇੰਡੀਆ ਦਾ ਐਟਮੋਸਫੀਅਰ ਅੱਛਾ ਤਾਂ ਉਸਨੇ ਇਹੀ ਡਿਸਾਈਡ ਕੀਤਾ ਕਿ ਮੈਂ ਇੰਡੀਆ ਦੇ ਵਿੱਚ ਹੀ ਰਵਾਂਗਾ। ਸੋ ਦਿੱਲੀ ਦਾ ਜੋ ਨੈਕਸਟ ਸੁਲਤਾਨ ਸੀ ਉਹ ਬਾਬਰ ਬਣਿਆ ਸੀ 1526 ਦੇ ਵਿੱਚ। ਰਿਹਾ ਬੇਸ਼ੱਕ 4 ਸਾਲ ਹੀ ਹੈ। ਪਹਿਲਾ ਪਾਨੀਪਤ ਬੈਟਲ ਹੋਈ 527 ਦੇ ਵਿੱਚ, ਦੀ ਖਾਨਵਾ ਬੈਟਲ ਹੋਈ ਸੀ। ਖਾਨਵਾ ਬੈਟਲ ਹੋਈ, ਦੈਨ ਇਹਦੀ ਚੰਦੂਆ ਬੈਟਲ ਹੋਈ ਸੀ, ਠੀਕ ਹੈ। ਖਾਨਵਾ ਬੈਟਲ ਤੋਂ ਬਾਅਦ ਇਸ ਦੀ ਚੰਦੂਆ ਬੈਟਲ ਹੋਈ ਤੇ 1528-29 ਦੇ ਵਿੱਚ ਇਸ ਦੀ ਲਾਸਟ ਬੈਟਲ ਹੋਈ ਸੀ ਬੈਟਲ ਆਫ ਘੱਗਰਾ, ਠੀਕ ਹੈ, ਬੈਟਲ ਆਫ ਘੱਗਰਾ। ਫਸਟ ਬੈਟਲ ਇਸ ਦੀ ਪਾਨੀਪਤ ਫਸਟ ਬੈਟਲ ਹੋਈ ਸੀ, ਸੈਕਿੰਡ ਬੈਟਲ ਇਸ ਦੀ ਖਾਨਵਾ ਬੈਟਲ, ਦੈਨ ਚੰਦੂਆ ਬੈਟਲ ਤੇ ਦੈਨ ਘਾਗਰਾ ਬੈਟਲ।
ਸੋ ਪਾਣੀਪਤ ਦੀ ਪਹਿਲੀ ਬੈਟਲ ਤਾਂ 1526 ਦੇ ਵਿੱਚ ਹੋਈ ਸੀ, ਦੂਸਰੀ ਬੈਟਲ ਹੋਈ ਸੀ 1556 ਦੇ ਵਿੱਚ ਤੇ ਲਾਸਟ ਬੈਟਲ ਹੋਈ ਸੀ 1561 ਦੇ ਵਿੱਚ, ਥਰਡ ਬੈਟਲ ਆਫ ਪਾਣੀਪਤ ਬਿਟਵੀਨ ਹੂਮ, ਇੱਕ ਮਰਾਠਾ ਸੀ, ਦੂਸਰੇ ਸਾਈਡ ਸੀ ਅਲਾਉਦੀਨ ਖਿਲਜੀ। ਨੈਕਸਟ ਕੁਐਸਚਨ ਹੈ, ਕਹਿੰਦੇ ਵਿਚ ਫੀਮੇਲ ਫੋਕ ਸਿੰਗਰ ਇਜ਼ ਪਪੂਲਰਲੀ ਨੋਨ ਐਜ਼ ਅ ਨਾਈਟੈਂਗਲ ਆਫ ਪੰਜਾਬ। ਕਹਿੰਦੇ ਪੰਜਾਬ ਦੀ ਕਿਹੜੀ ਫੇਮਸ ਸਿੰਗਰ ਹੈ ਜਿਸ ਨੂੰ ਨਾਈਟੈਂਗਲ ਆਫ ਪੰਜਾਬ ਕਿਹਾ ਜਾਂਦਾ ਹੈ, ਪੰਜਾਬ ਦੀ ਕੋਇਲ ਵੀ ਕਿਹਾ ਜਾਂਦਾ ਹੈ। ਸੋ ਇਸ ਕੁਐਸਚਨ ਦਾ ਆਨਸਰ ਤੁਸੀਂ ਸਿੰਪਲੀ ਕਰ ਸਕਦੇ ਹੋ, ਉਹਨਾਂ ਦੀ ਕਰੋਨਾ ਦੇ ਵਿੱਚ ਡੈਥ ਹੋਈ ਸੀ, ਆਪਸ਼ਨ ਸੀ ਇਜ਼ ਅ ਰਾਈਟ ਆਨਸਰ, ਸੁਰਿੰਦਰ ਕੌਰ ਨੂੰ। ਬੀਬਾ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਵੀ ਕਿਹਾ ਜਾਂਦਾ ਹੈ। ਅਗਰ ਪੁੱਛਿਆ ਜਾਵੇ ਕਿ ਪੰਜਾਬ ਦੀ ਮਦਰ ਟੈਰੇਸਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਆਨਸਰ ਹੋਏਗਾ ਭਗਤ ਪੂਰਨ ਸਿੰਘ। ਭਗਤ ਪੂਰਨ ਸਿੰਘ ਨੂੰ ਕੀ ਕਿਹਾ ਜਾਂਦਾ ਹੈ? ਮਦਰ ਟੈਰੇਸਾ ਆਫ ਪੰਜਾਬ ਕਿਹਾ ਜਾਂਦਾ ਹੈ। ਸੋ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ ਹਾਈਡਸਪਸ ਇਜ਼ ਅਨਦਰ ਨੇਮ ਆਫ। ਦੇਖੋ ਜਿਵੇਂ ਰਿਵਰਸ ਨੂੰ ਐਂਸ਼ੀਐਂਟ ਨੇਮ ਦਿੱਤੇ ਗਏ ਸੀ ਵਿਤਾਸਤਾ, ਵਿਪਾਸ਼ਾ, ਅਸ਼ਕਨੀ, ਪਰੁਸ਼ਨੀ, ਉਸੇ ਤਰੀਕੇ ਦੇ ਨਾਲ ਰਿਵਰਸ ਨੂੰ ਕੁਛ ਕੀ ਦਿੱਤੇ ਗਏ ਨੇ, ਗ੍ਰੀਕਸ ਨੇਮ ਦਿੱਤੇ ਗਏ ਨੇ। ਜੋ ਪੁੱਛਿਆ ਗਿਆ ਕਿ ਹਾਈਡਸਪਸ ਕਿਸ ਰਿਵਰ ਦਾ ਨੇਮ ਹੈ ਤਾਂ ਆਨਸਰ ਹੋਏਗਾ ਆਪਸ਼ਨ ਬੀ, ਜਿਹਲਮ ਰਿਵਰ ਦਾ ਗ੍ਰੀਕ ਨੇਮ ਹੈ ਜੀ ਹਾਈਡਸਪਸ। ਅਗਰ ਪੁੱਛਿਆ ਜਾਵੇ ਇਸ ਦਾ ਐਂਸ਼ੀਐਂਟ ਨੇਮ ਹੈ ਤਾਂ ਆਨਸਰ ਹੋਏਗਾ ਵਿਤਾਸਤਾ। ਠੀਕ ਹੈ, ਤਾਂ ਇਸ ਦਾ ਵਿਤਾਸਤਾ ਐਂਸ਼ੀਐਂਟ ਨੇਮ। ਬਿਆਸ ਦਾ ਜੋ ਐਂਸ਼ੀਐਂਟ ਨੇਮ ਹੈ ਜੀ ਉਹ ਹੈਗਾ ਸਾਡਾ ਵਿਪਾਸ਼ਾ। ਅਗਰ ਪੁੱਛਿਆ ਜਾਵੇ ਸਤਲੁਜ ਦਾ ਤਾਂ ਇਹ ਹੈਗਾ ਜੀ ਸਤੁਦਰੀ, ਸਤੁਦਰੀ ਹੈ ਜੀ। ਅਗਰ ਰਾਵੀ ਦਾ ਪੁੱਛ ਲਿਆ ਜਾਵੇ ਤਾਂ ਆਨਸਰ ਹੋਏਗਾ ਪਰੁਸ਼ਨੀ। ਅਗਰ ਪੁੱਛਿਆ ਜਾਵੇ ਚਨਾਬ ਦਾ ਤਾਂ ਆਨਸਰ ਹੋਏਗਾ ਅਸਕਨੀ, ਅਸਕਨੀ। ਅਗਰ ਪੁੱਛਿਆ ਜਾਵੇ ਕਿ ਸਤਲੁਜ ਰਿਵਰ ਦੇ ਉੱਤੇ ਡੈਮ ਕਿਹੜਾ ਬਣਿਆ ਹੋਇਆ ਤਾਂ ਆਨਸਰ ਹੋਏਗਾ ਭਾਖੜਾ ਡੈਮ। ਸੋ ਭਾਖੜਾ ਡੈਮ ਦੀ ਜੋ ਕੰਸਟਰਕਸ਼ਨ ਵਰਕ ਹੈ ਉਹ 1963 ਦੇ ਵਿੱਚ ਕੀ ਕੀਤੀ ਗਈ ਸੀ, ਕੰਪਲੀਟ ਕੀਤੀ ਗਈ ਸੀ। ਅਗਰ ਬਿਆਸ ਰਿਵਰ ਦੇ ਉੱਤੇ ਪੁੱਛਿਆ ਜਾਵੇ ਕਿਹੜਾ ਡੈਮ ਹੈ ਤਾਂ ਆਨਸਰ ਹੋਏਗਾ ਮਹਾਰਾਣਾ ਪ੍ਰਤਾਪ ਡੈਮ, ਬਿਆਸ ਰਿਵਰ ਦੇ ਉੱਤੇ ਹੈ। ਤੇ ਰਣਜੀਤ ਸਾਗਰ ਡੈਮ, ਰਣਜੀਤ ਸਾਗਰ ਡੈਮ ਸਾਡਾ ਰਾਵੀ ਰਿਵਰ ਦੇ ਉੱਤੇ ਹੈ ਤੇ ਰਣਜੀਤ ਸਾਗਰ ਡੈਮ ਨੂੰ ਥੀਨ ਡੈਮ ਵੀ ਕਿਹਾ ਜਾਂਦਾ ਹੈ। ਸੋ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ, ਕਹਿੰਦੇ ਵੇਅਰ ਇਜ਼ ਦਾ ਰੇਲ ਕੋਚ ਫੈਕਟਰੀ ਇਜ਼ ਸਿਚੁਏਟਡ ਇਨ ਪੰਜਾਬ। ਇਹ ਮੈਂ ਪ੍ਰੀਵੀਅਸ ਲੈਕਚਰ ਦੇ ਵਿੱਚ ਵੀ ਡਿਸਕਸ ਕੀਤਾ ਸੀ। ਦੇਖੋ ਪੁੱਛਿਆ ਕੁਐਸਚਨ ਦੀ ਜੋ ਡਿਮਾਂਡ ਹੈ ਉਹ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਕੁਐਸਚਨ ਇਹ ਪੁੱਛਿਆ ਗਿਆ ਕਿ ਪੰਜਾਬ ਦੇ ਵਿੱਚ ਰੇਲ ਕੋਚ ਫੈਕਟਰੀ ਕਿੱਥੇ ਹੈ। ਅਗਰ ਪੁੱਛਿਆ ਜਾਵੇ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਕਿੱਥੇ ਹੈ ਤਾਂ ਆਨਸਰ ਹੋਏਗਾ ਬਠਿੰਡਾ। ਅਗਰ ਪੁੱਛਿਆ ਜਾਵੇ ਰੇਲਵੇ ਜੰਕਸ਼ਨ, ਬਟ ਹੁਣ ਪੁੱਛਿਆ ਗਿਆ ਕਿ ਰੇਲ ਕੋਚ ਫੈਕਟਰੀ ਹੈ ਤਾਂ ਆਨਸਰ ਹੋਏਗਾ ਆਪਸ਼ਨ ਬੀ ਕਪੂਰਥਲਾ। ਠੀਕ ਹੈ ਜੀ, ਕਪੂਰਥਲਾ ਇਜ਼ ਅ ਰਾਈਟ ਆਨਸਰ। ਨੈਕਸਟ ਕੁਐਸਚਨ ਹੈ, ਕਹਿੰਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਸ ਐਸਟੈਬਲਿਸ਼ਡ ਇਨ ਦਾ ਈਅਰ। ਮੈਂ ਲਾਸਟ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜੋ ਖਾਲਸਾ ਕਾਲਜ ਹੈ ਉਹ ਕਦੋਂ ਬਣਿਆ ਸੀ, ਆਨਸਰ ਸੀ 1892। ਬਟ ਹੁਣ ਪੁੱਛਿਆ ਗਿਆ ਕਿ GNDU ਗੁਰੂ ਨਾਨਕ ਦੇਵ ਯੂਨੀਵਰਸਿਟੀ ਕਦੋਂ ਬਣੀ ਸੀ ਤਾਂ ਆਨਸਰ ਹੋਏਗਾ ਆਪਸ਼ਨ ਬੀ 1962 ਦੇ ਵਿੱਚ। ਹੁਣ ਇੱਥੇ ਇੱਕ ਈਅਰ ਆਇਆ 1966। 1 ਨਵੰਬਰ 1966 ਨੂੰ ਜੋ ਸਾਡਾ ਪੰਜਾਬ ਹੈ ਉਹ ਬਣਿਆ ਸੀ ਔਨ ਅ ਲੈਂਗੁਏਜ ਬੇਸਿਸ। ਠੀਕ ਹੈ ਜੀ, ਭਾਸ਼ਾ ਦੇ ਬੇਸ ਦੇ ਉੱਤੇ ਸਾਡਾ ਨਵਾਂ ਪੰਜਾਬ ਬਣਿਆ ਸੀ 1 ਨਵੰਬਰ 1966 ਨੂੰ। ਕਿਸ ਕਮਿਸ਼ਨ ਦੇ ਅੰਡਰ ਬਣਿਆ ਸੀ? ਸ਼ਾਹ ਕਮਿਸ਼ਨ ਦੇ ਅੰਡਰ ਜੋ ਸਾਡਾ ਪੰਜਾਬ ਹੈ ਉਹ ਬਣਿਆ ਸੀ। ਹੂ ਵਾਸ ਦ ਪੋਇਨਰ ਆਫ ਪੰਜਾਬ ਤਾਂ ਆਨਸਰ ਹੋਏਗਾ ਮਾਸਟਰ ਤਾਰਾ ਸਿੰਘ। ਮਾਸਟਰ ਤਾਰਾ ਸਿੰਘ ਜੀ ਦੇ ਨਾਲ ਇੱਕ ਹੋਰ ਸੀਗੇ ਸਾਡੇ ਫਤਿਹ ਸਿੰਘ। ਠੀਕ ਹੈ ਜੀ, ਫਤਿਹ ਸਿੰਘ ਵਾਸ ਆਲਸੋ ਪ੍ਰੋਮੀਨੈਂਟ ਲੀਡਰ ਆਫ ਇਸ ਸ਼ਾਹ ਕਮਿਸ਼ਨ ਦੇ। ਸੋ ਮਾਸਟਰ ਤਾਰਾ ਸਿੰਘ ਜੀ ਨੇ ਪੰਜਾਬ ਨੂੰ ਨਾ ਲੈਂਗੁਏਜ ਬੇਸ ਬਣਾਇਆ ਸੀ। ਉਸ ਸਮੇਂ ਪੰਜਾਬ ਦੇ ਵਿੱਚੋਂ ਇੱਕ ਹਰਿਆਣਾ ਨਿਕਲਿਆ ਸੀ ਤੇ ਇੱਕ ਸਾਡਾ ਨਿਕਲਿਆ ਸੀ ਹਿਮਾਚਲ ਪ੍ਰਦੇਸ਼। ਹਿਮਾਚਲ ਪ੍ਰਦੇਸ਼ ਨੂੰ 1966 ਦੇ ਵਿੱਚ ਐਜ਼ ਅ UT ਡਿਕਲੇਅਰ ਕੀਤਾ ਗਿਆ ਸੀ ਤੇ 1971 ਦੇ ਵਿੱਚ ਉਸ ਨੂੰ ਸਟੇਟਹੁੱਡ ਦਾ ਅਵਾਰਡ ਸੀ, ਜੋ ਦਾ ਸਟੇਟਹੁੱਡ ਦੇ ਨਾਲ ਨਿਵਾਚਿਆ ਗਿਆ ਸੀ ਹਿਮਾਚਲ ਪ੍ਰਦੇਸ਼ ਨੂੰ। ਅਗਰ ਪੁੱਛਿਆ ਜਾਵੇ ਔਨ ਅ ਲੈਂਗੁਏਜ ਬੇਸਿਸ ਸਭ ਤੋਂ ਪਹਿਲੀ ਸਟੇਟ ਕਿਹੜੀ ਬਣੀ ਸੀ ਤਾਂ 1953 ਦੇ ਵਿੱਚ ਆਂਧਰਾ ਪ੍ਰਦੇਸ਼ ਸੀ ਜੋ ਔਨ ਅ ਲੈਂਗੁਏਜ ਬੇਸ ਸਭ ਤੋਂ ਪਹਿਲੀ ਸਟੇਟ ਬਣੀ ਸੀ। ਸੋ ਔਨ ਅ ਲੈਂਗੁਏਜ ਬੇਸ ਸਟੇਟਸ ਬਣਾਉਣ ਦੇ ਲਈ ਡਿਫਰੈਂਟ ਕੀ ਬਣਾਏ ਗਏ ਸੀ, ਕਮਿਸ਼ਨ ਬਣਾਏ ਗਏ ਸੀ। ਸਭ ਤੋਂ ਪਹਿਲਾਂ ਬਣਾਇਆ ਗਿਆ ਸੀ ਸਾਡਾ ਧਰ ਕਮਿਸ਼ਨ। ਧਰ ਕਮਿਸ਼ਨ 1948 ਦੇ ਵਿੱਚ ਬਣਾਇਆ ਗਿਆ ਸੀ। ਫਿਰ ਬਣਾਇਆ ਗਿਆ JVP ਕਮਿਸ਼ਨ, ਇਸਨੇ ਵੀ 1949 ਦੇ ਵਿੱਚ ਆਪਣੀ ਰਿਪੋਰਟ ਸਬਮਿਟ ਕਰਵਾਈ ਸੀ। ਤੇ ਲਾਸਟ ਬਣਾਇਆ ਗਿਆ ਸੀ ਫਜ਼ਲ ਅਲੀ ਕਮਿਸ਼ਨ।
ਤੇ ਫਜ਼ਲ ਅਲੀ ਕਮਿਸ਼ਨ ਨੇ ਰეკਮੈਂਡ ਕੀਤਾ ਸੀ ਕਿ 16 ਤੁਸੀਂ ਸਟੇਟ ਬਣਾ ਦਿਓ ਤੇ 3 ਕੀ ਬਣਾ ਦਿਓ ਯੂਟੀਸ ਬਣਾ ਦਿਓ। ਬਟ ਵਿਦ ਦ ਅਮੈਂਡਮੈਂਟ 7 ਅਮੈਂਡਮੈਂਟ 1956 ਦੇ ਅਕੋਰਡਿੰਗ ਕੰਸੀਡਰ ਕੀਤਾ ਗਿਆ ਕਿ 14 ਸਟੇਟਸ ਬਣ ਗਈਆਂ ਸਾਡੇ ਪੰਜਾਬ ਦੇ ਵਿੱਚ ਤੇ 6 ਕੀ ਬਣ ਗਈਆਂ ਯੂਟੀਸ। ਜੇ ਅੱਜ ਦੀ ਗੱਲ ਕੀਤੀ ਜਾਵੇ ਅੱਜ ਸਾਡੀ ਕੰਟਰੀ ਦੇ ਵਿੱਚ 8 ਯੂਟੀਸ ਹੈ। ਹੋਪਫੁਲੀ ਕਲੀਅਰ ਹੋਇਆ ਹੋਵੇਗਾ। ਨੈਕਸਟ ਕੁਐਸਚਨ ਹੈ ਕਹਿੰਦੇ the Pepsu Legislative Assembly was dissolved by which of the following president। ਦੇਖੋ ਪੈਪਸੂ ਬਾਰੇ ਆਪਾਂ ਲਾਸਟ ਲੈਕਚਰ ਦੇ ਵਿੱਚ ਵੀ ਪੜਿਆ ਸੀ। ਪੈਪਸੂ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਸੀ ਜੋ ਕਦੋਂ ਬਣੀ ਸੀ 1948 ਦੇ ਵਿੱਚ ਬਣੀ ਸੀ। ਇਹਦੀ ਲੈਜਿਸਲੇਟਿਵ ਅਸੈਂਬਲੀ ਦੀ 6 ਸੀਟਸ ਹਨ ਲੈਜਿਸਲੇਟਿਵ ਅਸੈਂਬਲੀ ਦੀਆਂ ਐਂਡ ਇਹ 8 ਪ੍ਰਿੰਸਲੀ ਸਟੇਟਸ ਨੂੰ ਮਿਲ ਕੇ ਬਣੀ ਸੀ। ਕਿਹੜੀਆਂ ਕਿਹੜੀਆਂ ਸੀ ਉਹ ਪਟਿਆਲਾ, ਜਿੰਦ, ਨਾਭਾ, ਮਲੇਰਕੋਟਲਾ, ਨਾਲਾਗੜ੍ਹ, ਕਲਸੀਆਂ। ਸੋ ਇਹ ਸੀ 8 ਸਟੇਟ ਸੀ ਜਿਨ੍ਹਾਂ ਨੂੰ ਇਹ ਮਿਲ ਕੇ ਬਣੀ ਸੀ। ਇੱਕ ਆਪਣਾ ਫਿਰੋਜ਼ਪੁਰ ਵੀ ਸੀ, ਠੀਕ ਹੈ, ਤੇ ਆਈ ਥਿੰਕ ਸੋ ਫਰੀਦਕੋਟ ਜਾਂ ਫਾਜ਼ਿਲਕਾ ਇਹਨਾਂ ਦੇ ਵਿੱਚੋਂ ਇੱਕ ਸਟੇਟ ਸੀ। 5 ਸਟੇਟ ਪ੍ਰਿੰਸਲੀ ਸਟੇਟਸ ਨੂੰ ਮਿਲ ਕੇ ਇਹ ਜੋ ਪੈਪਸੂ ਸੀ ਬਣਾਈ ਗਈ ਸੀ। ਇਹਦੇ 7 ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਇਹਦੀਆਂ ਸੀਟਸ ਹਨ। ਇਸ ਦੇ ਪਹਿਲੇ ਫਸਟ ਰਾਜ ਪ੍ਰਮੁੱਖ ਕੌਣ ਬਣੇ ਸਨ? ਯਾਦਵਿੰਦਰ ਮਹਾਰਾਜਾ ਆਫ ਪਟਿਆਲਾ, ਮਹਾਰਾਜਾ ਆਫ ਪਟਿਆਲਾ ਯਾਦਵਿੰਦਰ ਸਿੰਘ ਬਣੇ ਸਨ ਤੇ ਇਸ ਨੂੰ 1956 ਦੇ ਵਿੱਚ ਪੰਜਾਬ ਦੇ ਨਾਲ ਹੀ ਮਰਜ ਕਰ ਲਿਆ ਗਿਆ ਸੀ। ਇਸ ਦੀ ਜੋ ਕੈਪੀਟਲ ਸੀ ਉਹ ਸੀ ਜੀ ਸਾਡੀ ਪਟਿਆਲਾ, ਇਸ ਦੀ ਕੈਪੀਟਲ ਸੀ ਪਟਿਆਲਾ। ਬਟ ਪੁੱਛਿਆ ਗਿਆ ਕੁਐਸਚਨ ਦੇ ਵਿੱਚ ਕਿ ਇਸ ਦੀ ਲੈਜਿਸਲੇਟਿਵ ਅਸੈਂਬਲੀ ਨੂੰ ਕਿਸ ਪ੍ਰੈਜ਼ੀਡੈਂਟ ਨੇ डिसॉल्व किया सी? तो आंसर होएगा ऑप्शन सी डॉक्टर राजेंद्र प्रसाद जी ने। सो डॉक्टर राजेंद्र प्रसाद की गल की जाए, डॉक्टर राजेंद्र प्रसाद वाज द फर्स्ट इलैक्टेड प्रेसिडेंट ऑफ कॉन्स्टिट्यूएंट असेंबली। ठीक है जी, कॉन्स्टिट्यूएंट असेंबली दे जो इलैक्टेड प्रेसिडेंट सन डॉक्टर राजेंद्र प्रसाद जी बने सन। सैकंड मीटिंग के उत्ते बने सन 11 ਦਸੰਬਰ 1946 ਦੇ ਵਿੱਚ। ਜੇ ਪੁੱਛਿਆ ਜਾਵੇ ਕਿ ਪਹਿਲੇ ਪ੍ਰੈਜ਼ੀਡੈਂਟ ਨੋਮੀਨੇਟਡ ਮੈਂਬਰ ਕੌਣ ਪ੍ਰੈਜ਼ੀਡੈਂਟ ਕੌਣ ਬਣੇ ਸਨ? ਸਚਿਨੰਦ ਸਿਨਹਾ ਬਣੇ ਸਨ, ਸਚਿਨੰਦ ਸਿਨਹਾ ਜੋ 9 ਦਸੰਬਰ 1946 ਦੇ ਵਿੱਚ ਆਬਜੈਕਟਿਵ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਸੀ ਕਿਹਨਾਂ ਦੇ ਵੱਲੋਂ? ਜਵਾਹਰ ਲਾਲ ਨਹਿਰੂ ਦੇ ਵੱਲੋਂ। ਤੇ ਜੋ ਪ੍ਰੀਐਮਬਲ ਜਿਸ ਨੂੰ ਕਿਹਾ ਜਾਂਦਾ ਹੈ ਕਿ ਜਿਸ ਦੇ ਬੇਸ ਦੇ ਉੱਤੇ ਸਾਡਾ ਜੋ ਪ੍ਰੀਐਮਬਲ ਹੈ ਉਹ ਲਿਖਿਆ ਗਿਆ ਸੀ। ਸੋ ਜ਼ਾਕਿਰ ਹੁਸੈਨ ਦੀ ਗੱਲ ਕਰੀਏ ਤਾਂ ਜ਼ਾਕਿਰ ਹੁਸੈਨ ਉਹ ਪ੍ਰੈਜ਼ੀਡੈਂਟ ਨੇ ਸਾਡੀ ਕੰਟਰੀ ਦੇ ਜੋ ਡਿਊਰਿੰਗ ਆਪਣੇ ਟੈਨਿਓਰ ਹੀ ਜਿਨ੍ਹਾਂ ਦੀ ਕੀ ਹੋ ਗਈ ਸੀ ਡੈਥ ਹੋ ਗਈ ਸੀ। ਨੈਕਸਟ ਕੁਐਸਚਨ ਹੈ ਕਹਿੰਦੇ ਇਨ ਵਿਚ ਈਅਰ ਸ਼ਹੀਦ ਭਗਤ ਸਿੰਘ ਫਾਰਮ ਦਾ ਨੌਜਵਾਨ ਭਾਰਤ ਸਭਾ। ਕਹਿੰਦੇ ਸ਼ਹੀਦ ਭਗਤ ਸਿੰਘ ਜੀ ਨੇ ਕਿਹੜੇ ਸਾਲ ਦੇ ਵਿੱਚ ਨੌਜਵਾਨ ਭਾਰਤ ਸਭਾ ਸੀ ਜੋ ਉਹ ਬਣਾਈ ਸੀ? ਤਾਂ ਆਨਸਰ ਹੋਏਗਾ ਆਪਸ਼ਨ ਬੀ 1926 ਦੇ ਵਿੱਚ। ਇਹ ਕੁਐਸਚਨ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ, ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ, ਬਹੁਤ ਵਾਰ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ। ਹੁਣ ਇੱਥੇ ਇੱਕ ਸਾਲ ਦੇਖਣ ਨੂੰ ਮਿਲਿਆ 1925। 1925 ਦੇ ਵਿੱਚ ਇੰਪੋਰਟੈਂਟ ਕੀ ਹੋਇਆ ਸੀ? ਇੱਕ ਕਕੋਰੀ ਕਨਸਪੀਰੇਸੀ ਕੇਸ ਹੋਇਆ ਸੀ ਜਿਸ ਦੇ ਵਿੱਚ ਕਕੋਰੀ ਦੇ ਵਿੱਚ ਇੱਕ ਟ੍ਰੇਨ ਲੁੱਟੀ ਗਈ ਸੀ ਬ੍ਰਿਟਿਸ਼ਰਸ ਦੇ ਵਿੱਚੋਂ ਤੇ ਜਿਸ ਦੇ ਵਿੱਚ ਰਾਮ ਪ੍ਰਸਾਦ ਬਿਸਮਿਲ, ਰੋਸ਼ਨ ਸਿੰਘ, ਰਜਿੰਦਰ ਲਾਹੌਰੀ ਔਰ ਸਫਕੁੱਲਾ ਖਾਨ ਨੂੰ ਕੀ ਦਿੱਤਾ ਗਿਆ ਸੀ? ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸੀ ਜਿਸ ਦੇ ਵਿੱਚੋਂ ਚੰਦਰ ਸ਼ੇਖਰ ਆਜ਼ਾਦ ਜੀ ਕੀ ਹੈ ਭੱਜ ਕੇ escape ਹੋਣ ਦੇ ਵਿੱਚ ਕੀ ਹੋ ਗਏ ਸੀ? ਕਾਮਯਾਬ ਹੋ ਗਏ ਸਨ। 1928 ਈਅਰ ਦੀ ਗੱਲ ਕੀਤੀ ਜਾਵੇ ਤਾਂ ਸਾਈਮਨ ਕਮਿਸ਼ਨ ਇੰਡੀਆ ਦੇ ਵਿੱਚ ਆਇਆ ਸੀ ਜੋ 7 ਮੈਂਬਰੀ ਕਮੇਟੀ ਸੀ ਤੇ ਸੱਤੋਂ ਦੇ ਸੱਤੋਂ ਮੈਂਬਰ ਕੀ ਸਨ? ਬ੍ਰਿਟਿਸ਼ਰ ਸਨ। ਸਾਈਮਨ ਕਮਿਸ਼ਨ ਇੰਡੀਆ ਦੇ ਵਿੱਚ ਆਇਆ ਕਿਉਂ ਸੀ? ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ ਕੀ ਰਿਫਾਰਮਸ ਕਰਨ ਦੇ ਲਈ ਆਇਆ ਸੀ। 1919 ਦੇ ਵਿੱਚ ਹੀ ਪਹਿਲੀ ਵਾਰ ਡਾਇਰਾਰਕੀ ਸਿਸਟਮ ਦੀ ਗੱਲ ਕੀਤੀ ਗਈ ਸੀ ਤੇ ਪਹਿਲੀ ਡਾਇਰਾਰਕੀ ਸਿਸਟਮ ਇੰਟਰੋਡਿਊਸ ਕੀਤਾ ਗਿਆ ਸੀ ਔਨ ਅ ਸਟੇਟ ਲੈਵਲ। ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ ਹੀ। ਸੋ ਸਾਈਮਨ ਕਮਿਸ਼ਨ ਦਾ ਪ੍ਰੋਟੈਸਟ ਕਰਦੇ ਹੋਏ, ਵਿਰੋਧ ਕਰਦੇ ਹੋਏ ਜੋ ਸਾਡੇ ਲਾਲਾ ਲਾਜਪਤ ਰਾਏ ਸਨ ਉਹ ਨਵੰਬਰ 1928 ਦੇ ਵਿੱਚ ਕੀ ਹੈ ਉਹਨਾਂ ਦੀ ਡੈਥ ਹੋ ਗਈ ਸੀ। ਨੈਕਸਟ ਕੁਐਸਚਨ ਹੈ ਕਹਿੰਦੇ which among the following is not an administrative division of Punjab। ਮੈਂ ਆਲਰੇਡੀ ਫਰਸਟ ਕੁਐਸਚਨ ਦੇ ਵਿੱਚ ਹੀ ਡਿਸਕਸ ਕਰਵਾ ਚੁੱਕੀ ਹਾਂ ਕਿ ਪੰਜਾਬ ਦੀਆਂ ਕਿੰਨੀਆਂ ਐਡਮਿਨਿਸਟ੍ਰੇਟਿਵ ਡਿਵੀਜ਼ਨਸ ਨੇ?
ਤਾਂ 5 ਐਡਮਿਨਿਸਟ੍ਰੇਟਿਵ ਡਿਵੀਜ਼ਨਸ ਨੇ ਤੇ ਕੁਐਸਚਨ ਪੁੱਛਿਆ ਗਿਆ ਹੈ ਕਿ ਕਿਹੜੀ ਹੈ ਨੀਚੇ ਦਿੱਤਿਆਂ ਦੇ ਵਿੱਚੋਂ ਜੋ ਪੰਜਾਬ ਦੀ ਐਡਮਿਨਿਸਟ੍ਰੇਟਿਵ ਡਿਵੀਜ਼ਨ ਨਹੀਂ ਹੈ। ਤਾਂ ਆਨਸਰ ਹੋਏਗਾ, ਦੇਖੋ ਮੈਂ ਦੱਸਿਆ ਸੀ ਫਰੀਦਕੋਟ, ਫਿਰੋਜ਼ਪੁਰ, ਜਲੰਧਰ, ਪਟਿਆਲਾ ਤੇ ਰੋਪੜ, ਇਹ 5 ਐਡਮਿਨਿਸਟ੍ਰੇਟਿਵ ਡਿਵੀਜ਼ਨ ਹੈ। ਆਪਸ਼ਨ ਡੀ ਇਜ਼ ਅ ਰਾਈਟ ਆਨਸਰ। ਬਠਿੰਡਾ ਇਜ਼ ਨਾਟ ਐਡਮਿਨਿਸਟ੍ਰੇਟਿਵ ਡਿਵੀਜ਼ਨ ਆਫ ਪੰਜਾਬ। ਨੈਕਸਟ ਕੁਐਸਚਨ ਹੈ, ਕਹਿੰਦੇ ਵਿਚ ਵਨ ਆਫ ਦ ਫੋਲੋਇੰਗ ਸਿਟੀਜ਼ ਵਾਸ ਫਾਊਂਡਡ ਬਾਈ ਮੁਗਲ ਰੂਲਰ ਸ਼ਾਹਜਹਾਂ। ਕਹਿੰਦੇ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਪੰਜਾਬ ਦੀ ਸਿਟੀ ਹੈ ਜੋ ਮੁਗਲ ਰੂਲਰ ਸ਼ਾਹਜਹਾਂ ਦੇ ਦੁਆਰਾ ਫਾਊਂਡ ਕੀਤੀ ਗਈ ਸੀ। ਤਾਂ ਇਸ ਦਾ ਸਿੰਪਲ ਜਿਹਾ ਆਨਸਰ ਹੈ ਆਪਸ਼ਨ ਹੈ ਸੀ, ਫਗਵਾੜਾ। ਠੀਕ ਹੈ ਜੀ। ਸੋ ਹਰ ਕੁਐਸਚਨ ਦਾ ਆਨਸਰ ਫਸਟਲੀ ਤੁਸੀਂ ਖੁਦ ਕਰਨ ਦੀ ਕੋਸ਼ਿਸ਼ ਕਰਨੀ ਹੈ ਵਿਦਿਨ 30 ਸੈਕਿੰਡ ਤੇ ਹਰ ਐਡੀਸ਼ਨਲ ਫੈਕਟਸ ਨੂੰ ਨਾਲ ਨਾਲ ਰਿਵਾਈਜ਼ ਕਰਦੇ ਜ਼ਰੂਰ ਜਾਣਾ ਹੈ। ਨੈਕਸਟ ਕੁਐਸਚਨ ਹੈ, ਕਹਿੰਦੇ ਵਾਟ ਵਾਸ ਦ ਐਂਸ਼ੀਅੰਟ ਨੇਮ ਆਫ ਬਠਿੰਡਾ। ਕਹਿੰਦੇ ਬਠਿੰਡਾ ਦਾ ਐਂਸ਼ੀਅੰਟ ਨੇਮ ਕੀ ਸੀ। ਠੀਕ ਹੈ, ਸੋ ਐਂਸ਼ੀਅੰਟ ਨੇਮ ਸੀ ਬਠਿੰਡਾ ਦਾ ਆਪਸ਼ਨ ਬੀ, ਵਿਕਰਮਗੜ। ਆਪਸ਼ਨ ਬੀ ਇਜ਼ ਅ ਰਾਈਟ ਆਨਸਰ। ਐਂਸ਼ੀਅੰਟ ਨੇਮ ਆਫ ਬਠਿੰਡਾ ਇਜ਼ ਅ ਵਿਕਰਮਗੜ। ਨੈਕਸਟ ਕੁਐਸਚਨ ਹੈ, ਕਹਿੰਦੇ ਅੰਮ੍ਰਿਤਸਰ ਸਿੰਘ ਸਭਾ was established in which year। ਕਹਿੰਦੇ ਜੋ ਅੰਮ੍ਰਿਤਸਰ ਸਿੰਘ ਸਭਾ ਹੈ, ਜੋ ਪਹਿਲਾਂ ਲਾਹੌਰ ਸਿੰਘ ਸਭਾ ਸੀ, ਇਹ ਕਦੋਂ ਇਸਟੈਬਲਿਸ਼ ਹੋਈ ਸੀ, ਕਿਹੜੇ ਸਾਲ ਦੇ ਵਿੱਚ ਇਸਟੈਬਲਿਸ਼ ਹੋਈ ਸੀ। ਇਹ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈ, ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਹੈ। ਇਸ ਕੁਐਸਚਨ ਦਾ ਆਨਸਰ ਆਪਸ਼ਨ ਡੀ ਹੈ, 1873 ਦੇ ਵਿੱਚ ਸੀ ਜਦੋਂ ਅੰਮ੍ਰਿਤਸਰ ਸਿੰਘ ਸਭਾ ਇਸਟੈਬਲਿਸ਼ ਹੋਈ ਸੀ। ਨੈਕਸਟ ਕੁਐਸਚਨ ਹੈ, ਕਹਿੰਦੇ 1919 ਦੇ ਵਿੱਚ ਜੋ ਜ਼ਿਲ੍ਹਿਆਂਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਸੀ, ਉਸ ਦੇ ਦੋਸ਼ੀਆਂ ਨੂੰ ਜੋ ਸਜ਼ਾ ਸੁਣਾਈ ਗਈ ਸੀ, ਉਸ ਦੇ ਲਈ ਕਿਹੜਾ ਕਮਿਸ਼ਨ ਬਣਾਇਆ ਗਿਆ ਸੀ। ਸੋ ਇਹ ਕੁਐਸਚਨ ਪੰਜਾਬ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ। 2022 ਜੋ ਪੁਲਿਸ ਦੇ ਐਗਜ਼ਾਮ ਹੋਇਆ ਉਸ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ। ਇਹ ਕੁਐਸਚਨ ਕਨਫਿਊਜ਼ ਬਹੁਤ ਕਰਦਾ ਬੱਚਿਆਂ ਨੂੰ, ਦੱਸਾਂਗੇ ਕਿ ਕਨਫਿਊਜ਼ਨ ਕ੍ਰੀਏਟ ਕਿੱਥੇ ਹੁੰਦੀ ਹੈ। ਬਟ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਜੋ ਜ਼ਿਲ੍ਹਿਆਂਵਾਲੇ ਹੱਤਿਆਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਜੋ ਕਮਿਸ਼ਨ ਬਣਾਇਆ ਗਿਆ ਸੀ ਉਹ ਸੀ ਆਪਸ਼ਨ ਸੀ, ਹੰਟਰ ਕਮਿਸ਼ਨ ਸੀ ਸਾਡਾ। ਉਹ ਹੰਟਰ ਕਮਿਸ਼ਨ ਸੀ ਜਿਸ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਦੇਣੀ ਸੀ, ਬਟ ਕਿਸੇ ਵੀ ਦੋਸ਼ੀ ਨੂੰ ਸਜ਼ਾ ਸੀ ਜੋ ਨਹੀਂ ਸੀ ਦਿੱਤੀ ਗਈ। ਸੋ ਇੱਕ ਹੈ ਜੀ ਸਾਡਾ ਹੰਟਰ ਕਮੇਟੀ ਹੈ। ਅਗਰ ਐਗਜ਼ਾਮ ਦੇ ਵਿੱਚ ਹੰਟਰ ਕਮੇਟੀ ਪੁੱਛਿਆ ਜਾਵੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹੰਟਰ ਕਮੇਟੀ ਐਜੂਕੇਸ਼ਨ ਨਾਲ ਰਿਲੇਟਡ ਸੀ। ਹੰਟਰ ਕਮਿਸ਼ਨ ਵਾਸ ਰਿਲੇਟਡ ਟੂ ਕਿਸ ਨਾਲ, ਜ਼ਿਲ੍ਹਿਆਂਵਾਲੇ ਬਾਗ ਦੇ ਲਈ ਜੋ ਕਮਿਸ਼ਨ ਬਣਾਇਆ ਗਿਆ ਸੀ, ਤੇ ਹੰਟਰ ਕਮੇਟੀ ਐਜੂਕੇਸ਼ਨ ਨਾਲ ਰਿਲੇਟਡ ਸੀ। ਜਦੋਂ ਜ਼ਿਲ੍ਹਿਆਂਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਤੇ ਮਹਾਤਮਾ ਗਾਂਧੀ ਜੀ ਨੇ ਆਪਣਾ ਕੇਸਰੇ ਹਿੰਦ ਦਾ ਜੋ ਅਵਾਰਡ ਸੀ ਉਸ ਨੂੰ ਕੀ ਕਰਤਾ, ਵਾਪਿਸ ਕੀਤਾ ਸੀ। ਇਸ ਤੋਂ ਇਲਾਵਾ ਜੋ ਆਪਣੇ ਰਵਿੰਦਰਨਾਥ ਟੈਗੋਰ ਸਨ, ਉਹਨਾਂ ਨੇ ਨਾਈਟਹੁੱਡ ਦਾ ਅਵਾਰਡ ਸੀ ਜੋ ਵਾਪਿਸ ਕੀਤਾ ਸੀ, ਜੋ ਉਹਨਾਂ ਨੂੰ 1911 ਦੇ ਵਿੱਚ ਜਾਂ 1915 ਦੇ ਵਿੱਚ ਮਿਲਿਆ ਸੀ। ਪੁੱਛਿਆ ਗਿਆ ਨੈਕਸਟ ਕੁਐਸਚਨ, ਕਹਿੰਦੇ ਦ ਫਰਸਟ ਰੇਲਵੇ ਇਨ ਪੰਜਾਬ ਵਾਸ ਕਮੈਂਸਡ ਫਰੋਮ ਟੂ, ਕਿੱਥੋਂ ਲੈ ਕੇ ਕਿੱਥੇ ਤੱਕ ਪੰਜਾਬ ਦੀ ਪਹਿਲੀ ਰੇਲ ਕਦੋਂ ਚੱਲੀ ਸੀ। ਇਹ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਪਹਿਲੀ ਰੇਲ ਗੱਡੀ 1859 ਦੇ ਵਿੱਚ ਚੱਲੀ ਸੀ। ਕਿੱਥੋਂ ਲੈ ਕੇ ਕਿੱਥੇ ਤੱਕ, ਆਪਸ਼ਨ ਸੀ ਅੰਮ੍ਰਿਤਸਰ ਟੂ ਮੁਲਤਾਨ ਤੱਕ ਚੱਲੀ ਸੀ। ਅਗਰ ਇੰਡੀਆ ਦੀ ਗੱਲ ਕੀਤੀ ਜਾਵੇ, ਇੰਡੀਆ ਦੇ ਵਿੱਚ ਪਹਿਲੀ ਰੇਲ 1853 ਦੇ ਵਿੱਚ ਚੱਲੀ ਸੀ। ਕਿੱਥੋਂ ਕਿੱਥੇ ਤੱਕ, ਬੰਬੇ ਟੂ ਥਾਣੇ। ਠੀਕ ਹੈ ਜੀ, ਬੰਬੇ ਟੂ ਥਾਣੇ ਚੱਲੀ ਸੀ ਫਸਟ ਰੇਲ। ਕਿਸਨੇ ਚਲਾਈ ਸੀ, ਲਾਰਡ ਡਲਹੌਜ਼ੀ ਨੇ ਚਲਾਈ ਸੀ। ਲਾਰਡ ਡਲਹੌਜ਼ੀ ਨੇ ਡਾਕਟ੍ਰਾਈਨ ਲੈਪਸੇ ਰੂਲ ਵੀ ਸਟਾਰਟ ਕੀਤਾ ਸੀ। ਡਾਕਟ੍ਰਾਈਨ ਲੈਪਸ ਰੂਲ ਵੀ ਸਟਾਰਟ ਕੀਤਾ ਸੀ ਕਿਸਨੇ, ਲਾਰਡ ਡਲਹੌਜ਼ੀ ਨੇ। ਇਸ ਤੋਂ ਇਲਾਵਾ ਲਾਰਡ ਡਲਹੌਜ਼ੀ ਨੇ ਡਾਕਟ੍ਰਾਈਨ ਲੈਪਸੇ ਰੂਲ ਸਟਾਰਟ ਕੀਤਾ ਸੀ। ਤੇ ਇਸ ਤੋਂ ਇਲਾਵਾ ਵਿਡੋ ਰੀਮੈਰਿਜ ਐਕਟ, ਵਿਡੋ ਰੀਮੈਰਿਜ ਐਕਟ ਵੀ ਲਾਰਡ ਡਲਹੌਜ਼ੀ ਨੇ ਸਟਾਰਟ ਕੀਤਾ ਸੀ। ਕਦੋਂ, 1856 ਦੇ ਵਿੱਚ, ਸੌਰੀ ਹਾਂਜੀ 1856 ਦੇ ਵਿੱਚ ਲਾਰਡ ਡਲਹੌਜ਼ੀ ਨੇ ਵਿਡੋ ਰੀਮੈਰਿਜ ਐਕਟ ਵੀ ਕੀ ਕੀਤਾ ਸੀ, ਪਾਸ ਕੀਤਾ ਸੀ। ਇਸ ਤੋਂ ਇਲਾਵਾ ਪੋਸਟੇਜ ਸਿਸਟਮ ਵੀ ਸਟਾਰਟ ਕੀਤਾ ਸੀ। ਪੋਸਟੇਜ ਸਿਸਟਮ 1854 ਦੇ ਵਿੱਚ ਸਟਾਰਟ ਕੀਤਾ ਗਿਆ ਸੀ ਲਾਰਡ ਡਲਹੌਜ਼ੀ ਦੇ ਦੁਆਰਾ। ਤੇ ਲਾਰਡ ਡਲਹੌਜ਼ੀ ਵਾਸ ਅ ਗਵਰਨਰ ਐਟ ਦੈਟ ਟਾਈਮ ਜਦੋਂ ਐਂਗਲੋ ਸਿੱਖ ਵਾਰ ਹੋਈ ਸੀ। ਐਂਗਲੋ ਸਿੱਖ ਵਾਰ ਸਾਡੀ ਸੈਕਿੰਡ ਐਂਗਲੋ ਸਿੱਖ ਵਾਰ ਹੋਈ ਸੀ। ਕਦੋਂ ਹੋਈ ਸੀ, 1848 ਤੋਂ ਲੈ ਕੇ 1849 ਦੇ ਵਿੱਚ ਐਂਗਲੋ ਸੈਕਿੰਡ ਵਾਰ ਹੋਈ ਸੀ, ਜਿਸ ਦੇ ਵਿੱਚ ਲੜਾਈਆਂ ਲੜੀਆਂ ਗਈਆਂ ਸਨ ਰਾਮਨਗਰ ਬੈਟਲ,
चिलियांवाला बैटल, मुल्तान बैटल ते लास्ट वन सी गुजरात बैटल, जिसनू बैटल ऑफ गन्स भी कहा जाता है। सो लॉर्ड डहलौजी ने ही डिक्लेयर किया कि असी पंजाब नू अनैक्स कर रहे हैं। नेक्स्ट क्वेश्चन है, कहते द फेमस बारादरी गार्डन इज लोकेटेड इन विच सिटी ऑफ पंजाब। कहते जो बारादरी गार्डन है पंजाब का, वो पंजाब के किहड़े शहर दे विच है? ऑप्शन सी गार्डन ऑफ पंजाब, सॉरी जिसनू कहा जाता है पटियाला। ऑप्शन सी इज द राइट आंसर। नेक्स्ट क्वेश्चन है जी साडा, कहते द टोटल हाइट ऑफ भाखड़ा डैम। सो मैं पहला दसिया सी कि भाखड़ा डैम किहड़ी रिवर दे उत्ते? सतलुज रिवर दे उत्ते बनया होया है। 1963 दे विच इसदी कंप्लीशन खत्म किया गया सी इसनू, ते इसदी हाइट है जी 226 मीटर। ऑप्शन बी इज द राइट आंसर। नेक्स्ट क्वेश्चन है ते लास्ट क्वेश्चन है अज दी वीडियो दा। क्वेश्चन की है, कहते इन विच ईयर पंजाब एंड हरियाणा हाई कोर्ट वाज शिफ्टेड टू चंडीगढ़। सबनों पता है कि जो कैपिटल है पंजाब दी ते हरियाणा दी, वो है जी चंडीगढ़, ते उन्हां दा जो हाई कोर्ट है वो भी कॉमन है। उस किहड़े साल दे विच बनिया सी? ऑप्शन डी इज द राइट आंसर, 1955। अगर पूछा जाए कि चंडीगढ़ तो पहला पंजाब दी राजधानी किहड़ी सी, तो आंसर होएगा शिमला। शिमला टैंपरेरी कैपिटल बनी सी। अगर पूछा जाए इंडिपेंडेंस तो पहला, तो वो सी जी साडी लाहौर। लाहौर नू कैपिटल बनाया सी महाराजा रणजीत सिंह जी ने 1799 दे विच उन्होंने पहली जिहड़ी जित सी अपनी प्राप्त की सी। सो इस दे नाल ही साडी अज दी क्लास जो MCQ सी वो कंप्लीट हुंदी है। अगर तुसी अपनी सपोर्ट दवोगे तो आपां लाइव क्लासेस चलावांगे। सो जिस तरीके दी तुहाडी सपोर्ट रहेगी। सो होपफुली तुहानूं लैक्चर पसंद आया होएगा। थैंक यू सो मच, मिलदे हैं नैक्सट लैक्चर दे विच।